हाँ जी दोस्तों, आदाब, नमस्कार, सत श्री अकाल, वाहिगुरू जी का खालसा, वाहिगुरू जी की फतेह। ਅੱਜ ਦੇ ਇਸ ਟਰੱਕਿੰਗ ਭਾਈਚਾਰਾ ਸ਼ੋਅ ਜਿਹੜਾ ਕਿ ਅਸੀਂ ਮਹੀਨੇ ਦੇ ਵਿੱਚ 2 ਵਾਰ ਕਰਦੇ ਹਾਂ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਤੁਹਾਨੂੰ ਇੱਕ ਨਵੇਂ ਟੌਪਿਕ ਤੋਂ ਜਾਣੂ ਕਰਵਾਈਏ, ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਰੂਬਰੂ ਹੋਈਏ ਤਾਂ ਕਿ ਟਰੱਕਿੰਗ ਦੇ ਨਾਲ ਜੁੜੇ ਸਾਰੇ ਪੇਚੀਦਾ ਮਸਲੇ ਜਿਹੜੇ ਆ ਉਹਨਾਂ ਬਾਰੇ ਗੱਲ ਕੀਤੀ ਜਾ ਸਕੇ। ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਸਾਰੇ, ਟਰੱਕਿੰਗ ਭਾਈਚਾਰੇ ਦੇ ਨਾਲ ਜੁੜੇ ਸਾਰੇ ਜਿਹੜੇ ਸੱਜਣ ਆ ਉਸ ਦਾ ਲਾਭ ਲੈ ਸਕਣ, ਉਹਦਾ ਬੈਨੀਫਿਟ ਲੈ ਸਕਣ। ਜਿਵੇਂ ਕਿ ਅਸੀਂ ਹਰ ਵਾਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਡਿਸਕਲੇਮਰ ਜ਼ਰੂਰ ਕਹੀਦਾ, ਬੋਲ ਕੇ ਸੁਣਾਈਦਾ ਕਿ ਜੋ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਇਹ ਮਹਿਜ਼ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨ ਵਾਸਤੇ ਹੈ। ਸਾਡੀ ਕਿਸੇ ਵੀ ਕਹੀ ਹੋਈ ਗੱਲ ਨੂੰ ਸਾਡੇ ਖਿਲਾਫ ਜਾਂ ਕਿਸੇ ਵੀ ਹੋਰ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਵੀ ਕੋਰਟ ਵਿੱਚ ਜਾਂ ਕਿਸੇ ਹੋਰ ਲੀਗਲ ਵੇ ਦੇ ਨਾਲ ਸਾਡੀ ਕਹੀ ਹੋਈ ਗੱਲ ਨੂੰ ਵਰਤਿਆ ਨਹੀਂ ਜਾ ਸਕਦਾ। ਸਾਡਾ ਇਸ ਫੀਲਡ ਦੇ ਵਿੱਚ ਕੋਈ 16-17 ਸਾਲ ਦਾ ਤਜਰਬਾ ਹੈ। ਅਸੀਂ ਇਸ ਤਜਰਬੇ ਦੇ ਆਧਾਰ ਤੇ ਜੋ ਵੀ ਗੱਲ ਹੁਣ ਤੱਕ ਸਾਡੇ ਤਜਰਬੇ ਦੇ ਵਿੱਚ ਆਈਆਂ, ਜਿਹੋ ਜਿਹੀਆਂ ਮੁਸ਼ਕਲਾਂ ਦੇ ਵਿੱਚੋਂ ਸਾਨੂੰ ਸਾਹਮਣਾ ਕਰਨਾ ਪਿਆ, ਜਿਹੋ ਜਿਹੇ ਸਵਾਲ ਟਰੱਕਿੰਗ ਭਾਈਚਾਰੇ ਨਾਲ ਸੰਬੰਧਿਤ ਸੱਜਣ ਸਾਨੂੰ ਕਰਦੇ ਹੈ ਔਰ ਜਿਹੋ ਜਿਹੇ ਜਵਾਬ ਅਸੀਂ ਸਾਨੂੰ ਮਿਲਦੇ ਹੈ ਜਾਂ ਸਾਡੇ ਆਪਣੇ ਤਜਰਬੇ ਦੇ ਆਧਾਰਿਤ ਜੋ ਵੀ ਗੱਲਬਾਤ ਹੁੰਦੀ ਹੈ ਅਸੀਂ ਤੁਹਾਨੂੰ ਉਹਦੇ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਸਾਡਾ ਅੱਜ ਦਾ ਮੁੱਦਾ ਬਹੁਤ ਹੀ ਇੱਕ ਸੰਜੀਦਾ ਔਰ ਬਹੁਤ ਹੀ ਅਹਿਮ ਮੁੱਦਾ ਹੈ। ਹਾਲਾਂਕਿ ਇਹਦਾ ਕੰਪਲਾਇੰਸ ਦੇ ਨਾਲ ਸਾਡੇ ਜ਼ਿਆਦਾ ਮੁੱਦੇ ਜਿਹੜੇ ਆ ਉਹ ਟਰੱਕਿੰਗ ਕੰਪਲਾਇੰਸ ਦੇ ਨਾਲ, ਟਰੱਕ ਪਰਮਿਟਸ ਦੇ ਨਾਲ, ਪਲੇਟਸ ਦੇ ਨਾਲ, ਟੈਕਸ ਦੇ ਨਾਲ, ਟੈਕਸ ਐਗਜ਼ੈਂਪਸ਼ਨ ਦੇ ਨਾਲ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਟਰੱਕਿੰਗ ਨਾਲ ਮਸਲੇ ਸੰਬੰਧਿਤ ਹੈ ਉਹਨਾਂ ਦੇ ਬਾਰੇ ਹੁੰਦੇ ਆ। ਪਰ ਇਹ ਅੱਜ ਦਾ ਜਿਹੜਾ ਮਸਲਾ ਹੈ ਥੋੜਾ ਜਿਹਾ ਟਰੱਕਿੰਗ ਭਾਈਚਾਰੇ ਦੇ ਨਾਲ ਇਹ ਬਹੁਤ ਹੀ ਜੁੜਿਆ ਹੋਇਆ ਇੱਕ ਟੌਪਿਕ ਹੈ ਔਰ ਇਹਦੀ ਬੜੀ ਜ਼ਰੂਰਤ ਹੈ। ਸੋ ਸੋਚਿਆ ਕਿ ਇਸ ਨੂੰ ਜ਼ਰੂਰ ਕਵਰ ਕੀਤਾ ਜਾਵੇ। ਕੋਸ਼ਿਸ਼ ਕਰਾਂਗੇ ਕਿ ਇਸ ਮੁੱਦੇ ਉੱਤੇ ਅਗਲੀ ਵਾਰ ਗੱਲ ਕਰਨ ਵੇਲੇ ਕੋਈ ਨਾ ਕੋਈ ਇਸ ਟੌਪਿਕ ਦੇ ਨਾਲ, ਇਸ ਫੀਲਡ ਦੇ ਨਾਲ ਸੰਬੰਧਿਤ ਸੱਜਣ ਜਿਹੜੇ ਕਿ ਇਸ ਫੀਲਡ ਦੇ ਮੁਹਾਰਤ ਰੱਖਦੇ ਹੋਣ। ਅੱਜ ਅਸੀਂ ਟੂਕ ਮਾਤਰ ਗੱਲਾਂ ਕਰਾਂਗੇ ਕਿ ਇਹਨਾਂ ਚੀਜ਼ਾਂ ਦੀ ਲੋੜ ਕਿਉਂ ਹੈ, ਅਸੀਂ ਕਰਨੀਆਂ ਕਿਉਂ ਹੈ ਔਰ ਨਾ ਕਰਨ ਦੀ ਸੂਰਤ ਵਿੱਚ ਨੁਕਸਾਨ ਕੀ ਹੈ। ਪਰ ਉਹਦੀ ਅਲੱਗ-ਅਲੱਗ ਉਹਦੀਆਂ ਵੰਨਗੀਆਂ, ਅਲੱਗ-ਅਲੱਗ ਉਹਦੀਆਂ ਕੁਆਲਿਟੀਜ਼, ਉਹਦੇ ਅਲੱਗ-ਅਲੱਗ ਟਾਈਪਸ, ਇਹਦੇ ਬਾਰੇ ਅਸੀਂ ਕਿਸੇ ਇੱਕ ਜਾਂ ਦੋ ਅਲੱਗ ਟੌਪਿਕਸ ਦੇ ਵਿੱਚ ਇਹਨੂੰ ਕਵਰ ਕਰਾਂਗੇ ਔਰ ਇਸ ਫੀਲਡ ਵਿੱਚ ਮੁਹਾਰਤ ਰੱਖਣ ਵਾਲੇ ਸੱਜਣ ਨੂੰ ਨਾਲ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸੋ ਜਿਹੜਾ ਅੱਜ ਦਾ ਸਾਡਾ ਮੁੱਦਾ ਹੈ, ਜਿਵੇਂ ਕਿ ਤੁਸੀਂ ਸਾਡੀ ਸਕਰੀਨ ਤੇ ਚੱਲ ਰਹੇ ਕਰੋਲ ਦੇ ਵਿੱਚ ਦੇਖ ਰਹੇ ਹੋ ਕਿ ਸਾਡਾ ਜਿਹੜਾ ਅੱਜ ਦਾ ਮੁੱਦਾ ਹੈ ਉਹ ਹੈ ਲਾਈਫ ਇੰਸ਼ੋਰੈਂਸ ਆਫ ਟਰੱਕ ਡਰਾਈਵਰਸ ਔਰ ਓਨਰ ਆਪਰੇਟਰਸ। ਪਿਛਲੇ ਕਾਫੀ ਸਮੇਂ ਤੋਂ, ਕੋਈ 2-3 ਸਾਲ ਤੋਂ ਇਹਦੇ ਬਾਰੇ ਅਸੀਂ ਅਕਸਰ ਅੱਗੇ ਵੀ ਚਰਚਾ ਕਰਦੇ ਰਹਿੰਦੇ ਹਾਂ ਕਿ ਪਿਛਲੇ 2-3 ਸਾਲ ਤੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀਆਂ ਦੁਰਘਟਨਾਵਾਂ ਹੈ, ਜਿਹੜੇ ਐਕਸੀਡੈਂਟ ਹਨ ਔਰ ਖਾਸ ਕਰਕੇ ਐਕਸੀਡੈਂਟਾਂ ਵਿੱਚ ਹੋਣ ਵਾਲੇ ਮੌਤਾਂ ਜਿਹਨੂੰ ਅਸੀਂ ਫੈਟਲ ਐਕਸੀਡੈਂਟ ਕਹਿੰਦੇ ਆ, ਉਹਨਾਂ ਦੀ ਦਰ ਜਿਹੜੀ ਆ ਉਹ ਕੰਪੈਰੀਟਿਵਲੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਇਹ ਕਿਉਂ ਵਧੀ ਹੈ ਇਹਦੇ ਬਾਰੇ ਅੱਜ ਥੋੜੀ ਜਿਹੀ ਗੱਲ ਕਰਾਂਗੇ, ਪਰ ਇਹਨੂੰ ਇੱਕ ਦਿਨ ਪੂਰਾ ਅਸੀਂ ਅਲੱਗ ਤੋਂ ਟੌਪਿਕ ਬਣਾ ਕੇ ਇਹਦੇ ਬਾਰੇ ਗੱਲਬਾਤ ਕਰਾਂਗੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਡਰਾਈਵਰ ਭਾਈਚਾਰਾ ਜਿਹੜਾ ਆ ਉਹ ਬੇਰੋਕ ਔਰ ਬਹੁਤ ਹੀ, ਮੈਂ ਸਮਝਦਾ ਕਿ ਮੈਂ ਲਫ਼ਜ਼ ਥੋੜਾ ਜਿਹਾ ਔਡ ਵਰਤਣ ਲੱਗਾ ਕਿ ਬੜੀ ਬੇਦਰਦੀ ਦੇ ਨਾਲ ਸੋਸ਼ਲ ਮੀਡੀਆ ਦਾ ਜਿਹੜਾ ਉਹ ਵਰਤੋਂ ਡਿਊਰਿੰਗ ਟਰੱਕ ਡਰਾਈਵਿੰਗ ਕਰਦੇ ਆ, ਜਿਹਦੇ ਵਿੱਚ ਉਹ ਸੈੱਲ ਫੋਨ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ ਤੇ ਹੋਰ ਬੜਾ ਸੋਸ਼ਲ ਮੀਡੀਆ ਜਿਹੜਾ ਕਿ ਬੜਾ ਹੀ ਖਤਰਨਾਕ ਸਾਬਤ ਹੋ ਰਿਹਾ। ਆਏ ਦਿਨ ਦੁਰਘਟਨਾਵਾਂ ਹੋ ਰਹੀਆਂ ਔਰ ਜਵਾਨ ਮੌਤਾਂ ਜਿਹੜੀਆਂ ਉਹਦੇ ਵਿੱਚ ਹੋ ਰਹੀਆਂ, ਬੜੇ ਜੰਗ ਬਲੱਡ ਜਿਹੜਾ ਸਾਡਾ ਉਹ ਜਾ ਰਿਹਾ। ਮੈਨੂੰ ਯਾਦ ਹੈ ਮੈਂ ਕਾਲਜ ਦੇ ਦਿਨਾਂ ਦੇ ਵਿੱਚ ਜਦੋਂ ਮਾਲਟਾ ਕਾਂਡ ਹੋਇਆ ਤੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ, ਉਹਦੀ ਇੱਕ ਲਾਈਨ ਸੀ, ਕਾਫੀ ਕਵਿਤਾ ਖੈਰ ਕਾਫੀ ਉਹ 7-8 ਬੰਦੀ ਕਵਿਤਾ ਸੀ, ਪਰ ਉਹ 'ਚ ਇੱਕ ਲਾਈਨ ਸੀ ਕਿ
ਇੱਕ ਕੋਈ ਵੀ ਮੌਤ ਦੇਸ਼ ਨੂੰ ਕੁਝ ਪਲਾਂ ਲਈ ਖੜਿਆ ਕਰ ਜਾਵੇ, ਕਿ ਇੱਕ ਕੋਈ ਵੀ ਮੌਤ ਦੇਸ਼ ਨੂੰ ਕੁਝ ਪਲਾਂ ਲਈ ਖੜਿਆ ਕਰ ਜਾਵੇ, ਜੇਕਰ ਮੌਤ ਜਵਾਨ ਹੋਵੇ ਕਈ ਸਾਲ ਪਿਛਾਂਹ ਵੱਲ ਤਰ ਜਾਵੇ। ਸੋ ਕਿਸੇ ਕਮਿਊਨਿਟੀ ਦੇ ਵਿੱਚ, ਕਿਸੇ ਕੌਮ ਦੇ ਵਿੱਚ ਇੱਕ ਜਵਾਨ ਮੌਤ ਅਸਲ ਵਿੱਚ ਸਾਨੂੰ ਕਈ ਸਾਲ ਪਿਛਾਂਹ ਵੱਲ ਤਰ ਜਾਂਦੀ ਹੈ। ਪਰ ਸਾਡੀ ਇਹ ਬਦਕਿਸਮਤੀ ਹੈ, ਸਾਡੀ ਅਣਗਹਿਲੀ ਹੈ, ਅਸੀਂ ਇਸ ਦੇ ਉੱਤੇ ਕੰਮ ਨਹੀਂ ਕਰ ਸਕੇ। ਔਰ ਮੈਂ ਸਮਝਦਾ ਕਿ ਇਹਦੇ ਵਿੱਚ ਇਕੱਲੇ ਆਉਣ ਵਾਲੇ ਡਰਾਈਵਰ, ਖਾਸ ਕਰਕੇ ਜਿਹੜਾ ਯੰਗ ਬਲੱਡ ਹੈ, ਜਿਹੜਾ ਖਾਸ ਕਰਕੇ ਜਿਹੜਾ 22 ਤੋਂ ਲੈ ਕੇ 27 28 ਸਾਲ 30 ਸਾਲ ਤੱਕ ਦਾ ਤਬਕਾ ਹੈ, ਜੇਕਰ ਉਹਨਾਂ ਦੀ ਗਲਤੀ ਮੰਨੀਏ ਤੇ ਉਸ ਤੋਂ ਨਾਲ ਉਹਨਾਂ ਨੂੰ ਮਿਲਣ ਵਾਲੇ, ਉਹਨਾਂ ਨੂੰ ਸਮਝਾਉਣ ਵਾਲੇ ਟਰੱਕਿੰਗ ਕੰਪਨੀਆਂ ਨੂੰ ਵੀ ਅਸੀਂ ਇਸ ਜ਼ਿੰਮੇਵਾਰੀ ਤੋਂ ਪਾਸੇ ਨਹੀਂ ਕਰ ਸਕਦੇ। ਕਿਸੇ ਨਾ ਕਿਸੇ ਹੱਦ ਤੱਕ ਟਰੱਕਿੰਗ ਕੰਪਨੀਆਂ ਵੀ ਜ਼ਿੰਮੇਵਾਰ ਹਨ, ਜਿਹੜੀਆਂ ਅਕਸਰ ਡਰਾਈਵਰਸ ਨੂੰ ਪੁਸ਼ ਕਰਦੀਆਂ ਲੋਡ ਜ਼ਿਆਦਾ ਲਾਉਣ ਵਾਸਤੇ, ਲੌਗ ਬੁੱਕ ਨੂੰ ਐਡਿਟ ਕਰਨ ਵਾਸਤੇ ਜਾਂ ਹੋਰ ਲੌਗ ਬੁੱਕ ਦੇ ਨਾਲ ਛੇੜਛਾੜ ਕਰਨ ਵਾਸਤੇ। ਟਰੱਕਰ ਵੀਰ ਵੀ ਪੈਸੇ ਦੇ ਲਾਲਚ ਵਿੱਚ ਇਹ ਗਲਤੀਆਂ ਕਰ ਰਹੇ ਹਨ। ਸੋ ਮੈਂ ਸਮਝਦਾ ਕਿ ਸਾਰਾ ਟਰੱਕਿੰਗ ਭਾਈਚਾਰਾ ਹੀ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਹੈ, ਔਰ ਸਾਨੂੰ ਆਪਣੇ ਆਪ ਵਿੱਚ ਇਹਨਾਂ ਮੌਤਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਮਹਿਸੂਸ ਕਰਨੀ ਚਾਹੀਦੀ ਹੈ। ਸਾਨੂੰ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ, ਕਿਉਂਕਿ ਬੇਸ਼ੱਕ ਪੈਸਾ ਇੱਕ ਬਹੁਤ ਵੱਡੀ ਜ਼ਰੂਰਤ ਹੈ, ਪਰ ਜ਼ਿੰਦਗੀ ਨਾਲੋਂ ਪੈਸਾ ਜਿਹੜਾ ਆ ਉਹ ਜ਼ਿਆਦਾ ਕਦੀ ਵੀ ਅਹਿਮੀਅਤ ਨਹੀਂ ਰੱਖਦਾ। ਸਾਡੇ ਸਾਹਾਂ ਨਾਲੋਂ ਜ਼ਿਆਦਾ ਪੈਸਾ ਕਦੀ ਵੀ ਅਹਿਮੀਅਤ ਨਹੀਂ ਰੱਖਦਾ। ਲੱਖਾਂ ਡਾਲਰ ਖਰਚ ਕੇ ਵੀ ਅਸੀਂ ਇੱਕ ਸਾਹ ਵੀ ਬਾਏ ਨਹੀਂ ਕਰ ਸਕਦੇ। ਸੋ ਜਦੋਂ ਇੱਕ ਵੀ ਸਾਹ ਅਸੀਂ ਲੱਖਾਂ ਡਾਲਰ ਖਰਚ ਕੇ ਨਹੀਂ ਬਾਏ ਕਰ ਸਕਦੇ, ਤੇ ਇਹਦਾ ਮਤਲਬ ਇਹ ਹੈ ਕਿ ਸਾਹਾਂ ਦੇ ਨਾਲੋਂ ਡਾਲਰਾਂ ਦੇ ਮੁਕਾਬਲੇ ਪੈਸਾ ਜਿਹੜਾ ਸਾਹ ਆ, ਜਿਹੜੀ ਉਮਰ ਹੈ ਜਾਂ ਜਿਹੜੀ ਲਾਈਫ ਹੈ, ਇਹ ਕਈ ਹਜ਼ਾਰ ਗੁਣਾ ਜ਼ਿਆਦਾ ਬੇਸ਼ਕੀਮਤੀ ਹੈ। ਸੋ ਸਾਨੂੰ ਇਸ ਚੀਜ਼ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇਹ ਜਿਹੜੀਆਂ ਦੁਰਘਟਨਾਵਾਂ ਨਾ ਹੋਣ। ਬੇਸ਼ੱਕ ਲਾਈਫ ਇੰਸ਼ੋਰੈਂਸ ਦਾ ਸੰਬੰਧ ਦੁਰਘਟਨਾ ਹੋਣ ਤੋਂ ਬਾਅਦ ਹੋਈ ਮੌਤ ਦੇ ਨਾਲ ਹੈ, ਪਰ ਸਾਡੀ ਪਹਿਲੀ ਕੋਸ਼ਿਸ਼ ਇਹ ਚਾਹੀਦੀ ਹੈ ਕਿ ਇਹ ਦੁਰਘਟਨਾਵਾਂ ਨਾ ਹੋਣ। ਅਗਰ ਹੋ ਜਾਂਦੀ ਹੈ, ਅਗਰ ਕਿਉਂਕਿ ਟਰੱਕਿੰਗ ਦਾ ਜਿਹੜਾ ਬਿਜ਼ਨਸ ਹੈ, ਟਰੱਕ ਡਰਾਈਵਿੰਗ ਦਾ ਜਿਹੜਾ ਕੰਮ ਹੈ, ਜਿਵੇਂ ਕਿ ਅਸੀਂ ਪੰਜਾਬੀ ਵਿੱਚ ਅਕਸਰ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵਿਚਰਦੇ ਹਾਂ, ਟਰੱਕਾਂ ਦੇ ਪਿੱਛੇ ਇੱਕ ਲਾਈਨ ਪੜ੍ਹਦੇ ਹੁੰਦੇ ਸਾਂ ਕਿ ਔਖੀ ਨਹੀਂ ਡਰਾਈਵਰੀ ਬਿੱਲੋ, ਥੋੜਾ ਇਸ ਤਰ੍ਹਾਂ ਦਾ ਲਫ਼ਜ਼ ਹੁੰਦਾ ਸੀ ਕਿ ਪੈਂਦੇ ਸੱਪਾਂ ਦੀ ਸਿਰੀ ਤੋਂ ਨੋਟ ਚੱਕਣੇ। ਸੋ ਕੋਈ ਸ਼ੱਕ ਨਹੀਂ ਕਿ ਸੱਪਾਂ ਦੀ ਸਿਰੀ ਤੋਂ ਨੋਟ ਚੱਕਣ ਵਾਲੀ ਗੱਲ ਹੈ, ਸੱਪਾਂ ਦੀ ਸਿਰੀ ਤੋਂ ਡਾਲਰ ਕਮਾਉਣ ਵਾਲੀ, ਚੱਕੇ ਡਾਲਰ ਕਮਾਉਣ ਵਾਲੀ ਗੱਲ ਹੈ, ਜਿੱਥੇ ਹਰ ਵਕਤ ਪੈਰ ਦੇ ਉੱਤੇ ਖਤਰਾ, ਬੜਾ ਜ਼ੋਖਮ ਭਰਿਆ, ਬੜਾ ਰਿਸਕ ਨਾਲ ਸੰਬੰਧਿਤ ਇਹ ਜਿਹੜਾ ਹੈਗਾ ਇਹ ਪੇਸ਼ਾ ਆ। ਪਰ ਸਾਡੇ ਪੰਜਾਬੀਆਂ ਦੀ ਦਲੇਰੀ ਹੈ ਕਿ ਅਸੀਂ ਹਮੇਸ਼ਾ ਹੀ ਔਖੇ ਕੰਮ ਜਿਹੜੇ ਆ ਉਹਨਾਂ ਨੂੰ ਕਰਨ ਵਿੱਚ ਮਾਣ ਵੀ ਮਹਿਸੂਸ ਕਰਦੇ ਆ ਔਰ ਕਰਦੇ ਵੀ। ਪਰ ਜਿਹੜੀ ਅੱਜ ਗੱਲ ਅਸੀਂ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਜਦੋਂ ਅਸੀਂ ਕੋਈ ਰਿਸਕ ਵਾਲਾ ਕੰਮ ਕਰਨਾ ਹੁੰਦਾ, ਜਦੋਂ ਜ਼ੋਖਮ ਭਰਿਆ ਕੰਮ ਕਰਨਾ ਹੁੰਦਾ, ਕਿ ਤੇ ਅਮਰੀਕਾ ਵਿੱਚ ਅਸੀਂ ਦੇਖਦੇ ਹਾਂ ਕਿ ਫੋਰ ਐਗਜ਼ਾਮਪਲ ਅਸੀਂ ਅਗਰ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ, ਅਗਰ ਅਸੀਂ 10 ਫੁੱਟ ਉੱਪਰ ਜਾਂ 20 ਫੁੱਟ ਉੱਪਰ ਜਾ ਕੇ ਕੰਮ ਕਰਨਾ ਹੈ, ਤਾਂ ਬਕਾਇਦਾ ਤੁਹਾਨੂੰ ਬੈਲਟ, ਸੇਫਟੀ ਬੈਲਟ ਤੇ ਹੋਰ ਜਿਹੜੇ ਉਹਦੇ ਜਿੰਨੇ ਵੀ ਉਹਦੀਆਂ ਪ੍ਰੀਕਾਸ਼ਨਸ ਹਨ ਉਹ ਉਨੇ ਹੀ ਵਧੀਆ ਤਰੀਕੇ ਨਾਲ ਲਈਆਂ ਜਾਂਦੀਆਂ ਹਨ। ਜਦੋਂ ਵੀ ਅਸੀਂ ਜਿੰਨਾ ਰਿਸਕ ਭਰੀ ਜੌਬ ਕਰਨੀ ਹੈ, ਜਿੰਨੀ ਜ਼ੋਖਮ ਭਰੀ ਜੌਬ ਕਰਨੀ ਹੈ, ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਇਸ ਕੰਮ ਦੇ ਵਿੱਚ ਕਿੱਡਾ ਵੱਡਾ ਰਿਸਕ ਹੈ ਔਰ ਸਾਡੀ ਤਿਆਰੀ ਕੀ ਹੈ। ਬਦਕਿਸਮਤੀ ਇਹ ਹੈ ਕਿ ਸਾਡੀ ਟਰੱਕਿੰਗ ਭਾਈਚਾਰੇ ਦੇ ਵਿੱਚ ਜਿੰਨਾ ਜ਼ੋਖਮ ਭਰਿਆ ਇਹ ਕੰਮ ਹੈ ਜਾਂ ਜਿੰਨਾ ਰਿਸਕ, ਜਿੰਨਾ ਖਤਰਾ ਇਸ ਕੰਮ ਦੇ ਵਿੱਚ ਹੈ, ਸਾਡੀ ਉਸ ਮੁਕਾਬਲੇ ਵਿੱਚ ਓਡੀ ਤਿਆਰੀ ਨਹੀਂ। ਜਦੋਂ ਵੀ ਟਰੱਕ ਡਰਾਈਵਰ ਕੋਈ ਟਰੱਕ ਤੇ ਚੜਦਾ ਤੇ ਟਰੱਕਿੰਗ ਕੰਪਨੀ ਦੀ ਪਹਿਲੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੀ ਵਰਕਰ ਕੰਪਨਸੇਸ਼ਨ ਜਿਹੜੀ ਹੈ ਉਹਦੇ ਅੰਡਰ ਉਹ ਡਰਾਈਵਰ ਕਵਰ ਹੋਵੇ। ਪਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਅਸੀਂ ਇਸ ਚੀਜ਼ ਤੋਂ ਬੜੀ ਬੁਰੀ ਤਰ੍ਹਾਂ ਮਹਿਰੂਮ ਆ। ਅੱਜ ਦੀ ਡੇਟ ਵਿੱਚ ਪੰਜਾਬੀ ਭਾਈਚਾਰੇ ਵਿੱਚ 5 ਤੋਂ ਲੈ ਕੇ 10% ਤੱਕ ਟਰੱਕਿੰਗ ਕੰਪਨੀਆਂ ਜਿਹੜੀਆਂ ਵਰਕਰ ਕੌਮ ਦੇ ਰਹੀਆਂ। ਇਸ ਤੋਂ ਇਲਾਵਾ ਜਿਹੜਾ ਬਾਕੀ 90% ਡਰਾਈਵਰ ਜੋ ਹੈ ਉਹ ਅੱਜ ਦੀ ਡੇਟ ਵਿੱਚ ਬਿਨਾਂ ਕਿਸੇ ਕਵਰੇਜ ਤੋਂ ਉਹ ਰੋਡ ਦੇ ਉੱਤੇ ਕੰਮ ਕਰ ਰਹੇ ਹਨ। ਜੇਕਰ ਵਰਕਰ ਕੌਮ ਨੂੰ ਦੇਖਿਆ ਜਾਵੇ ਤੇ ਵਰਕਰ ਕੌਮ ਦੀ ਜਿਹੜੀ ਪਰਸੈਂਟੇਜ ਹੈ, ਤਨਖਾਹ ਦੀ ਪਰਸੈਂਟੇਜ, ਜਦੋਂ ਅਸੀਂ ਵਰਕਰ ਕੌਮ ਦਾ ਕੋਡ ਲੈਂਦੇ ਆ ਤੇ ਉਹਦੀ ਪਰਸੈਂਟੇਜ ਤੋਂ ਸਾਨੂੰ ਉਸ
ਖਿੱਤੇ ਦੀ, ਉਸ ਜੌਬ ਦੀ ਖਤਰਨਾਕ ਹੋਣ ਦਾ ਜਿਹੜਾ ਅੰਦਾਜ਼ਾ ਲੱਗ ਜਾਂਦਾ ਹੈ, ਉਹਦਾ ਜੋਖਮ ਦਾ ਪਤਾ ਲੱਗ ਜਾਂਦਾ, ਉਹਦੇ ਖਤਰੇ ਦਾ ਪਤਾ ਲੱਗ ਜਾਂਦਾ, ਉਹਦੇ ਰਿਸਕ ਦਾ ਪਤਾ ਲੱਗ ਜਾਂਦਾ। ਹੁਣ ਬੇਸ਼ੱਕ ਵਰਕਰ ਕੰਪਨਸੇਸ਼ਨ ਟਰੱਕਿੰਗ ਵਿੱਚ ਵੀ 10, 12, 15% ਤੱਕ ਆ ਗਈ ਹੈ, ਪਰ ਕਿਸੇ ਵਕਤ ਇਹ 25 ਤੋਂ ਲੈ ਕੇ 32% ਤੱਕ ਹੁੰਦੀ ਸੀ। ਸੋ ਕਹਿਣ ਦਾ ਭਾਵ ਹੈ ਕਿ ਅਗਰ ਤਨਖਾਹ ਦਾ 25% ਜਾਂ 30% ਜਿਹੜਾ ਉਹ ਸਾਨੂੰ ਵਰਕਰ ਕੰਪਨਸੇਸ਼ਨ ਇੰਸ਼ੋਰੈਂਸ ਨੂੰ ਦੇਣਾ ਪੈਂਦਾ ਸੀ। ਉਹਦਾ ਰੀਜ਼ਨ ਕੀ ਸੀ ਕਿ ਟਰੱਕਿੰਗ ਦੀ ਜੌਬ ਨੂੰ ਸਭ ਤੋਂ ਜ਼ਿਆਦਾ ਰਿਸਕ ਵਾਲੀ ਕੈਟਾਗਰੀ ਵਿੱਚ ਪਾਇਆ ਜਾਂਦਾ ਹੈ। ਸੋ ਜੇਕਰ ਟਰੱਕਿੰਗ ਨੂੰ ਸਭ ਤੋਂ ਜ਼ਿਆਦਾ ਰਿਸਕ ਵਾਲੀ ਕੈਟਾਗਰੀ ਵਿੱਚ ਪਾਇਆ ਜਾਂਦਾ ਹੈ, ਇਹ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਉਸ ਪੇਸ਼ੇ ਵਿੱਚ ਜਾਣ ਤੋਂ ਪਹਿਲਾਂ ਆਪਣੀ ਤਿਆਰੀ ਜ਼ਰੂਰ ਕਰੀਏ। ਜਦੋਂ ਵੀ ਕੋਈ ਡਰਾਈਵਰ ਸਟੀਅਰਿੰਗ ਨੂੰ ਹੱਥ ਪਾਉਂਦਾ ਹੈ ਤਾਂ ਉਹਦੀ ਇਹ ਡਿਊਟੀ ਬਣਦੀ ਹੈ ਕਿ ਉਹ ਆਪਣੇ ਪਿਛਲਿਆਂ ਦਾ ਜ਼ਰੂਰ ਖਿਆਲ ਰੱਖੇ। ਉਹਦੀ ਇਹ ਡਿਊਟੀ ਬਣਦੀ ਹੈ ਕਿ ਉਹ ਆਪਣਾ ਰਿਸਕ ਨੂੰ ਇੱਕ ਵਾਰ ਆਪਣੇ ਦਿਮਾਗ ਦੇ ਵਿੱਚ ਜ਼ਰੂਰ ਲੈ ਕੇ ਆਵੇ। ਉਹਦੇ ਪਿੱਛੇ ਉਹਦੇ ਭੈਣ ਭਰਾ ਜਿਨ੍ਹਾਂ ਦੀ ਬਾਹ ਫੜਨ ਵਾਸਤੇ ਉਹ ਇੱਥੇ ਪਹੁੰਚਾ। ਜੇਕਰ ਉਹਦਾ ਪਰਿਵਾਰ ਇੱਥੇ ਹੈ ਤਾਂ ਆਪਣੇ ਬੱਚਿਆਂ ਨੂੰ, ਆਪਣੀ ਪਤਨੀ ਨੂੰ, ਆਪਣੇ ਮਾਂ-ਬਾਪ ਨੂੰ ਇੱਕ ਵਾਰ ਆਪਣੀਆਂ ਅੱਖਾਂ ਦੇ ਮੋਰ ਦੀ ਜ਼ਰੂਰ ਘੁਮਾਵੇ ਕਿ ਜੇਕਰ ਮੈਂ ਨਾ ਰਿਹਾ ਤੇ ਇਹਨਾਂ ਦਾ ਕੀ ਬਣੇਗਾ। ਕਿਉਂਕਿ ਜਦੋਂ ਤੁਸੀਂ ਉਹ ਜੌਬ ਚੂਜ਼ ਕਰ ਰਹੇ ਹੋ, ਇੰਨੀ ਰਿਸਕ ਭਰੀ ਜੌਬ ਚੂਜ਼ ਕਰ ਰਹੇ ਹੋ, ਤਾਂ ਉਸ ਨੂੰ ਕਰਨ ਤੋਂ ਪਹਿਲਾਂ ਅਗਰ ਅਸੀਂ ਤਿਆਰੀ ਨਹੀਂ ਕਰਦੇ ਤਾਂ ਮੈਂ ਸਮਝਦਾ ਕਿ ਇਹ ਗਲਤੀ ਨਹੀਂ, ਇਹ ਇੱਕ ਬਲੰਡਰ ਮਿਸਟੇਕ ਹੈ, ਇੱਕ ਬੇਵਕੂਫੀ ਦੀ ਵੱਡੀ ਹੱਦ ਹੈ। ਸੋ ਅਸੀਂ ਜੇਕਰ ਜੌਬ ਕਰਨੀ ਹੈ, ਜੀ ਸਦਕੇ ਕਰਨੀ ਹੈ, ਕਿਉਂਕਿ ਸਾਡਾ ਭਾਈਚਾਰਾ ਸਾਰਾ ਸਾਡੇ ਭਾਈਚਾਰੇ ਦਾ ਦਾਰਮਦਾਰ ਇਸ ਜੌਬ ਦੇ ਉੱਤੇ ਹੈ। ਸੋ ਜੇਕਰ ਅਸੀਂ ਉਸ ਰਿਸਕ ਵਾਲੀ ਜੌਬ ਕਰਨੀ ਹੈ ਤੇ ਉਹਨੂੰ ਪਹਿਲੀ ਗੱਲ ਕਿ ਸਾਨੂੰ ਰਿਸਕ ਨੂੰ ਮਿਨੀਮਾਈਜ਼ ਕਰਨਾ ਪਵੇਗਾ। ਅਸੀਂ ਘੱਟ ਤੋਂ ਘੱਟ ਉਸ ਜਗ੍ਹਾ ਜਾ ਕੇ ਰਿਸਕ ਘੱਟ ਲੈਣਾ ਹੈ, ਅਸੀਂ ਲਾਅ ਦੇ ਨਾਲ ਚੱਲਣਾ ਹੈ, ਅਸੀਂ ਆਵਰਸ ਜਿਹੜੇ ਆ ਉਹ ਸਹੀ ਯੂਜ਼ ਕਰਨੇ ਆ, ਟਰੱਕ ਦੀ ਮੇਨਟੇਨੈਂਸ ਵੱਲ ਧਿਆਨ ਦੇਣਾ ਹੈ। ਸੋ ਇਹਨਾਂ ਗੱਲਾਂ ਤੋਂ ਬਾਅਦ ਅਗਰ ਉਸ ਤੋਂ ਬਾਅਦ ਵੀ ਕੋਈ ਹਾਦਸਾ ਵਾਪਰ ਜਾਂਦਾ, ਜੇਕਰ ਤੁਹਾਡੀ ਮੌਤ ਨਹੀਂ ਹੁੰਦੀ ਤੇ ਘੱਟੋ ਘੱਟ ਡਿਸੇਬਿਲਿਟੀ ਹੋ ਜਾਂਦੀ ਆ, ਅਸੀਂ 2 ਸਾਲ ਲਈ ਸਾਡੀ ਲੱਤ ਬਾਂਹ ਟੁੱਟ ਜਾਂਦੀ ਹੈ ਜਾਂ ਕੋਈ ਸਾਡੇ ਬੈਕ ਇੰਜਰੀ ਹੁੰਦੀ ਹੈ, ਤੇ ਫਿਰ ਅਸੀਂ ਕੀ ਕਰਨਾ। ਸਾਨੂੰ ਕਵਰੇਜ ਕਿੰਨੇ ਤਰ੍ਹਾਂ ਦੀ ਕਵਰੇਜ ਚਾਹੀਦੀ ਹੈ। ਸਾਨੂੰ ਡਿਸੇਬਿਲਿਟੀ ਦੀ ਕਵਰੇਜ ਚਾਹੀਦੀ ਹੈ, ਸਾਨੂੰ ਲਾਈਫ ਇੰਸ਼ੋਰੈਂਸ ਦੀ ਕਵਰੇਜ ਚਾਹੀਦੀ ਹੈ। ਸਾਡਾ ਫਰਜ਼ ਬਣਦਾ। ਔਰ ਟਰੱਕਿੰਗ ਦੇ ਵਿੱਚ ਐਸਾ ਨਹੀਂ ਹੈ ਕਿ ਟਰੱਕਿੰਗ ਜਿਹੜੀ ਹੈ ਉਹ ਅੱਜ ਕੱਲ ਪੈਸਾ ਨਹੀਂ ਕਮਾ ਰਹੀ। ਪਿਛਲੇ 2 ਸਾਲ ਦੀ ਅਗਰ ਹਿਸਟਰੀ ਨੂੰ ਕੱਢੀਏ ਤਾਂ ਟਰੱਕਿੰਗ ਨੇ ਬੇਸ਼ੁਮਾਰ ਪੈਸਾ ਕਮਾਇਆ। ਕੋਈ ਵੀ ਡਰਾਈਵਰ ਜਿਹੜਾ ਹੈ ਉਹ ਅੱਜ ਦੀ ਡੇਟ ਵਿੱਚ ਲੱਖ, ਸਵਾ ਲੱਖ ਡਾਲਰ ਤੋਂ ਸਾਲ ਦਾ ਨਹੀਂ ਘੱਟ ਕਮਾ ਰਿਹਾ। ਸੋ ਜਦੋਂ ਅਸੀਂ ਲੱਖ, ਸਵਾ ਲੱਖ ਡਾਲਰ ਸਾਲ ਦਾ ਕਮਾ ਰਹੇ ਹਾਂ ਤੇ ਮਾਤਰ 10-20 ਡਾਲਰ, 50 ਡਾਲਰ ਜਿਹੜੇ ਆ ਉਹ ਮਹੀਨੇ ਦੇ ਖਰਚ ਲੈਣੇ, ਮੈਂ ਸਮਝਦਾ ਕਿ ਅਗਰ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਤਾਂ ਸਾਨੂੰ ਇਸ ਪੇਸ਼ੇ ਵਿੱਚ ਰਹਿਣ ਦਾ ਹੱਕ ਨਹੀਂ। ਲਾਲ ਜੀ ਭਾਜੀ, ਦੀਪ ਔਜਲਾ ਜੀ, ਥੈਂਕ ਯੂ ਸੋ ਮਚ ਐਪਰੀਸ਼ੀਏਟ ਕਰਨ ਵਾਸਤੇ। ਅੱਗੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਕਾਰਨ ਕੀ ਹੈ ਕਿ ਅਸੀਂ ਟਰੱਕਿੰਗ ਭਾਈਚਾਰੇ ਵਿੱਚ ਜਾਂ ਟਰੱਕ ਡਰਾਈਵਰ ਜਿਹੜੇ ਆ ਉਹ ਕਿਉਂ ਇੰਸ਼ੋਰੈਂਸ ਨਹੀਂ ਲੈ ਰਹੇ। ਸੋ ਮੈਂ ਉਹਦੇ ਵਿੱਚ ਵੀ ਅੱਗੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਅਵੇਅਰਨੈਸ ਨਹੀਂ ਹੈ। ਉਸ ਤੋਂ ਬਾਅਦ ਮੈਂ ਅੱਗੇ ਹੋ ਸਕਦਾ ਮੇਰੇ ਕੁਝ ਏਜੰਟ ਵੀਰ, ਮੇਰੇ ਬੜੇ ਖਾਸ ਸੱਜਣ ਜਿਹੜੇ ਆ ਉਹ ਲਾਈਫ ਇੰਸ਼ੋਰੈਂਸ ਦੇ ਨਾਲ ਵਾਬਸਤਾ ਹਨ, ਉਹਦੇ ਨਾਲ ਸੰਬੰਧਿਤ ਹਨ, ਇਸ ਪੇਸ਼ੇ ਵਿੱਚ ਸੇਵਾਵਾਂ ਦੇ ਰਹੇ ਹਨ। ਸੋ ਮੈਂ ਕਿਸੇ ਹੱਦ ਤੱਕ ਉਹਨਾਂ ਨੂੰ ਵੀ ਕਸੂਰਵਾਰ ਮੰਨਦਾ ਕਿ ਉਹਨਾਂ ਦੀ ਇਹ ਡਿਊਟੀ ਬਣਦੀ ਸੀ ਕਿ ਇਸ ਚੀਜ਼ ਨੂੰ ਮਿਸ਼ਨਰੀ ਭਾਵਨਾਵਾਂ ਦੇ ਨਾਲ, ਇੱਕ ਸੇਵਾ ਦੀ ਭਾਵਨਾ ਦੇ ਨਾਲ ਟਰੱਕਿੰਗ ਦੇ ਵਿੱਚ, ਟਰੱਕਿੰਗ ਭਾਈਚਾਰੇ ਦੇ ਵਿੱਚ ਇਹ ਗੱਲ ਨੂੰ ਫੈਲਾਉਣਾ ਜ਼ਰੂਰੀ ਸੀ। ਕਮੀ ਦੂਜੇ ਪਾਸੇ ਅਕਸਰ ਸਾਡੇ ਵਿੱਚ ਇੱਕ ਹੋ ਰਿਹਾ ਹੈ ਕਿ ਜਦੋਂ ਵੀ ਕੋਈ ਇਨਸਾਨ ਤੁਹਾਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇੱਕ ਜਿਹੜੀ ਗੱਲ ਅਕਸਰ ਸਾਡੇ ਦਿਮਾਗ 'ਚ ਆਉਂਦੀ ਹੈ, ਦੂਜੀ ਧਿਰ ਦੇ ਦਿਮਾਗ ਵਿੱਚ ਗੱਲ ਆਉਂਦੀ ਹੈ ਕਿ ਇਹਨੂੰ ਕੀ ਬੈਨੀਫਿਟ ਹੋ ਰਿਹਾ। ਸੋ ਸਾਨੂੰ ਉਸ ਜਿਹੜਾ ਮਾਈਂਡ ਸੈਟ ਆ ਉਹਦੇ ਵਿੱਚੋਂ ਵੀ ਬਾਹਰ ਨਿਕਲਣਾ ਬੜਾ ਜ਼ਰੂਰੀ ਹੈ। ਅਸੀਂ ਉਹਦੇ ਵਿੱਚੋਂ ਵੀ ਬਾਹਰ ਨਿਕਲੀਏ ਕਿ ਕੀ ਜਦੋਂ ਕੋਈ ਆਦਮੀ ਤੁਹਾਨੂੰ ਅਵੇਅਰ ਕਰ ਰਿਹਾ ਤੇ ਹੋ ਸਕਦਾ ਉਹਦੇ ਮਗਰ ਸੇਵਾ ਦੀ ਭਾਵਨਾ ਵੀ ਹੋਵੇ। ਦੂਸਰੀ ਗੱਲ ਮੈਂ ਏਜੰਟ ਭਾਈਚਾਰੇ ਦੀ ਕਰ ਰਿਹਾ ਸੀ ਕਿ ਬਹੁਤ ਵਾਰੀ ਇੰਜ ਹੁੰਦਾ ਕਿ ਜਦੋਂ ਏਜੰਟ ਕੋਲੋਂ ਇੰਸ਼ੋਰੈਂਸ ਲੈਣ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਅਕਸਰ, ਕਿਉਂਕਿ ਇੰਸ਼ੋਰੈਂਸ ਦੀ ਵੈਰਾਈਟੀ ਜਿਹੜੀ ਆ ਉਹ $10 ਮਹੀਨੇ ਤੋਂ ਲੈ ਕੇ $500-1000 ਮਹੀਨੇ ਤੱਕ ਹੋ ਜਾਂਦੀ ਹੈ।
ਸੋ ਕਿਉਂਕਿ ਇੰਸ਼ੋਰੈਂਸ ਏਜੰਟ ਜਿਹੜੇ ਆ ਉਹ ਕਮਿਸ਼ਨ ਬੇਸਡ ਹੁੰਦੇ ਆ, ਸੋ ਉਹਨਾਂ ਦੀ ਕਿਸੇ ਤੱਕ ਉਹਨਾਂ ਦੀ ਮਜਬੂਰੀ ਵੀ, ਮੈਂ ਸਮਝਦਾ ਕਿ ਉਹਨਾਂ ਦੀ ਗਲਤੀ ਵੀ ਨਹੀਂ, ਕਿਸੇ ਹੱਦ ਤੱਕ ਉਹਨਾਂ ਦੀ ਮਜਬੂਰੀ ਵੀ ਹੈ ਕਿ ਜਦੋਂ ਉਹਨਾਂ ਨੇ ਜਾ ਕੇ 2-4 ਘੰਟੇ ਕਿਸੇ ਤੇ ਸਪੈਂਡ ਕਰਨੇ ਆ ਤਾਂ ਉਹ ਚਾਹੁੰਦੇ ਆ ਕਿ ਜ਼ਰੂਰ ਉਹਨਾਂ ਦੇ ਵੀ ਕੋਈ 2 ਰੁਪਏ ਬਣਨ, ਕਿਉਂਕਿ ਹਰ ਇੱਕ ਆਦਮੀ ਇੱਥੇ ਜਿਹੜਾ ਆ ਉਹ ਪੈਸਾ ਕਮਾਉਣ ਲਈ ਇਸ ਕਿਸੇ ਪੇਸ਼ੇ ਨੂੰ ਚੁਣਦਾ। ਸੋ ਪੈਸਾ ਬਹੁਤ ਵੱਡੀ ਚੀਜ਼ ਹੈ ਹਰ ਪੇਸ਼ੇ ਦੇ ਵਿੱਚ। ਸੋ ਏਜੰਟ ਭਾਈਚਾਰਾ ਜਿਹੜਾ ਹੈ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਪ੍ਰੋਡਕਟ ਜ਼ਰੂਰ ਵੇਚਿਆ ਜਾਵੇ ਜਿਹਦੇ ਨਾਲ ਉਹਨੂੰ ਕਮਿਸ਼ਨ ਦੇ ਵੀ ਕੋਈ 2 ਰੁਪਏ ਬਣਨ, ਉਹਨਾਂ ਦਾ ਜਿਹੜਾ ਸਪੈਂਡ ਕੀਤਾ ਟਾਈਮ ਜਿਹੜਾ ਹੈ ਉਹ ਕਿਸੇ ਲਿਖੇ ਲੱਗੇ, ਉਹ ਕਿਸੇ ਪਾਸੇ ਲੱਗੇ, ਉਹਦੀ ਕੋਈ ਇਨਕਮ ਉਹਨਾਂ ਨੂੰ ਹੋਵੇ। ਸੋ ਅਕਸਰ ਕੀ ਹੁੰਦਾ ਹੈ ਕਿ ਟਰੱਕਿੰਗ ਭਾਈਚਾਰੇ ਵਿੱਚ ਡਰਾਈਵਰ ਭਾਈਚਾਰੇ, ਕਿਉਂਕਿ ਡਰਾਈਵਰ ਭਾਈਚਾਰੇ ਵਿੱਚ ਅਕਸਰ ਜਿਹੜਾ ਪੜ੍ਹਿਆ ਲਿਖਿਆ ਬਹੁਤ ਵੱਡਾ ਵਰਗ ਐਸਾ ਨਹੀਂ ਹੈ ਜਿਹੜਾ ਕਿ ਇੰਟਰਨੈਟ ਤੇ ਜਾ ਕੇ ਇਹਨਾਂ ਚੀਜ਼ਾਂ ਨੂੰ ਆਪ ਲੱਭ ਸਕੇ। ਬਹੁਤਾਤ ਜਿਹੜਾ ਸਾਡੇ ਟਰੱਕਰ ਜਾਂ ਸਾਡੇ ਡਰਾਈਵਰ ਵੀਰ ਹੈ ਉਹ ਉਸ ਲੈਵਲ ਦਾ ਐਜੂਕੇਸ਼ਨ ਜਿਹੜੀ ਬੈਕਗ੍ਰਾਉਂਡ ਤੋਂ ਨਹੀਂ ਹੋਣ ਕਰਕੇ ਵੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਕਿ ਉਹ ਆਪ ਸਰਚ ਕਰਨ ਦੇ ਯੋਗ ਨਹੀਂ ਹਨ ਜਾਂ ਸਰਚ ਨਹੀਂ ਕਰ ਸਕਦੇ, ਜਾਂ ਇੰਝ ਕਹਿ ਲਓ ਕਿ ਸਮੇਂ ਦੀ ਘਾਟ ਹੋਣ ਕਾਰਨ ਉਹ ਇਹ ਕੰਮ ਨਹੀਂ ਕਰਦੇ। ਸੋ ਮੈਂ ਸਮਝਦਾ ਕਿ ਜਿਹੜੇ ਏਜੰਟ ਵੀਰ ਹੈ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਕੇ ਟਰੱਕਰ ਵੀਰਾਂ ਦਾ ਉਹਨਾਂ ਦੀਆਂ ਕੀ ਲਾਇਬਿਲਿਟੀਜ਼ ਹਨ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਇੱਕ ਛੋਟੀ ਤੋਂ ਛੋਟੀ ਪਾਲਿਸੀ, ਬੇਸ਼ੱਕ ਮੈਂ ਲਾਈਫ ਏਜੰਟ ਨਹੀਂ ਹਾਂ, ਨਾ ਹੀ ਅਸੀਂ ਇਹ ਸੇਵਾਵਾਂ ਦਿੰਨੇ ਹਾਂ, ਪਰ ਮੈਂ ਥੋੜਾ ਜਿਹਾ ਤੁਹਾਨੂੰ ਜ਼ਰੂਰ ਦੱਸਦਾ ਕਿ ਮੈਂ ਜ਼ਾਤੀ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਅਮਰੀਕਾ ਦੇ ਵਿੱਚ ਆਇਆ 2002 ਦੇ ਵਿੱਚ 3 ਦੇ ਵਿੱਚ ਮੈਂ ਟਰੱਕ ਚਲਾਉਣਾ ਸ਼ੁਰੂ ਕੀਤਾ। ਜਿਹੜੀ ਮੈਂ ਪਹਿਲੀ ਇੰਸ਼ੋਰੈਂਸ, ਕਿਉਂਕਿ ਮੇਰਾ ਪਰਿਵਾਰ ਉਸ ਵਕਤ ਇੰਡੀਆ ਸੀ, ਸੋ ਮੈਂ ਆਪਣੇ ਸਾਰੇ ਰਿਸਕ ਨੂੰ ਕੈਲਕੂਲੇਟ ਕਰਕੇ $2.5 ਲੱਖ ਦੀ 10 ਈਅਰ ਟਰਮ ਪਾਲਿਸੀ, ਇਹਦਾ ਭਾਵ ਇਹ ਹੈ ਕਿ ਮੈਨੂੰ 10 ਸਾਲ ਤੱਕ ਉਸ ਪਾਲਿਸੀ ਨੇ ਕਵਰ ਕਰਨਾ ਸੀ। ਮੇਰੀ ਉਮਰ ਉਦੋਂ 29 ਸਾਲ ਦੇ ਕਰੀਬ ਸੀ, ਸੋ ਮੈਂ ਆਪਣੇ ਆਪ ਨੂੰ 39 ਸਾਲ ਤੱਕ ਕਵਰ ਕੀਤਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਮੈਂ $2.5 ਲੱਖ ਦੀ 10 ਸਾਲ ਦੀ ਪਾਲਿਸੀ ਲਈ ਸੀ ਉਹਦੀ ਰੇਟ ਕੇਵਲ ਤੇ ਕੇਵਲ $9 ਪਰ ਮੰਥ ਸੀ। ਸੋ ਮੈਂ ਆਪਣੇ ਫਿਊਚਰ ਨੂੰ $9 ਪਰ ਮੰਥ ਦੇ ਵਿੱਚ $2.5 ਲੱਖ ਤੱਕ ਸੁਰੱਖਿਅਤ ਕਰ ਲਿਆ ਕਿ ਅਗਰ ਮੈਨੂੰ ਆਉਣ ਵਾਲੇ 10 ਸਾਲ ਦੇ ਵਿੱਚ ਕੁਝ ਹੁੰਦਾ ਹੈ ਤਾਂ ਮੈਂ $9 ਦੇ ਵਿੱਚ ਆਪਣੇ ਆਪ ਨੂੰ ਕਵਰ ਕਰ ਚੁੱਕਾ ਸੀ। ਸੋ ਮੇਰੀ ਟਰੱਕਰ ਵੀਰਾਂ ਨੂੰ ਇਹ ਬਹੁਤ ਹੱਥ ਜੋੜ ਕੇ ਬੇਨਤੀ ਹੈ ਕਿ ਮਿਨੀਮਮ ਪਾਲਿਸੀ $2.5 ਲੱਖ ਦੀ 10-10 $12 ਚ ਟਰਮ ਪਾਲਿਸੀ 10 ਸਾਲ ਦੀ। ਇੱਕ ਬੱਚਾ ਜਿਹੜਾ ਇੱਥੇ ਅਜੇ ਆਇਆ, ਜਿਹਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ, ਜਿਹਦਾ ਅਜੇ ਮੈਰਿਜ ਨਹੀਂ ਹੋਈ, ਜਿਹਦੇ ਸਿਰਫ ਤੇ ਸਿਰਫ ਪਿੱਛੇ ਪਰਿਵਾਰ ਚ ਉਹਦੀਆਂ ਲਾਇਬਿਲਿਟੀਜ਼ ਹਨ, ਉਹਦੇ ਵਾਸਤੇ $2.5 ਲੱਖ, ਅਗਰ ਰੱਬ ਨਾ ਕਰੇ ਕੋਈ ਐਸੀ ਗਲਤੀ ਕੋਈ ਗੱਲ ਹੋ ਵੀ ਜਾਂਦੀ ਹੈ ਤੇ $2.5 ਲੱਖ ਜਿਹੜਾ ਹੈ ਉਹ ਕਰੀਬ 2 ਕਰੋੜ ਰੁਪਈਆ ਇੰਡੀਆ ਦਾ ਬਣ ਜਾਂਦਾ ਹੈ, ਜਿਹੜਾ ਕਿ ਪਰਿਵਾਰ ਨੂੰ ਪਿੱਛੇ ਪਾਲਣ ਵਾਸਤੇ ਮੋਰ ਦੈਨ ਇਨਫ ਹੈ। ਸੋ ਜਿਹੜੇ ਵੀ ਟਰੱਕਰ ਵੀਰ ਸੁਣ ਰਹੇ ਆ, ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਮੈਂ ਕਦੇ ਵੀ ਬਹੁਤ ਜ਼ਿਆਦਾ ਆਪਣੀ ਪੋਸਟ ਨੂੰ ਸ਼ੇਅਰ ਕਰਨ ਵਾਸਤੇ ਕਦੀ ਦਰਖਾਸਤ ਨਹੀਂ ਕੀਤੀ, ਪਰ ਮੈਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਸਤੇ ਜ਼ਰੂਰ ਦਰਖਾਸਤ ਕਰਾਂਗਾ ਤਾਂ ਕਿ ਘੱਟੋ ਘੱਟ ਜਿਹੜੇ ਹਜ਼ਾਰਾਂ ਨੌਜਵਾਨ ਇਸ ਵਕਤ ਟਰੱਕਾਂ ਤੇ ਹਨ ਉਹਨਾਂ ਨੂੰ ਇਹ ਗੱਲ ਪਤਾ ਜ਼ਰੂਰ ਲੱਗੇ ਕਿ $8-10 ਪਰ ਮੰਥ ਵਿੱਚ ਵੀ ਪਾਲਿਸੀ ਮਿਲ ਜਾਂਦੀ ਹੈ ਔਰ $2.5 ਲੱਖ ਤੱਕ ਦੀ ਪਾਲਿਸੀ ਮਿਲ ਜਾਂਦੀ ਹੈ। 30 ਸਾਲ ਤੋਂ ਘੱਟ ਦੀ ਉਮਰ ਵਿੱਚ ਅਗਰ 2.5 ਲੱਖ ਦੀ ਪਾਲਿਸੀ ਲੈਣੀ ਹੈ, 10 ਸਾਲ ਦੀ ਟਰਮ ਪਾਲਿਸੀ ਲੈਣੀ ਹੈ ਜਿਹੜੀ 10 ਸਾਲ ਤੱਕ ਤੁਹਾਨੂੰ ਕਵਰ ਕਰਦੀ ਹੈ, ਤੇ ਮੈਂ ਸਮਝਦਾ 10 ਤੋਂ ਲੈ ਕੇ $15 ਤੋਂ ਉਹਦਾ ਰੇਟ ਵਧਣੀ ਹੈ। 10 ਤੋਂ ਲੈ ਕੇ $15 ਸਾਡੀ ਇੱਕ ਸਮੇਂ ਦੀ ਵਰੀਟੋ ਦਾ ਖਰਚਾ ਹੈ। ਜੇਕਰ ਅਸੀਂ 5 ਲੱਖ ਦੀ ਲੈਣੀ ਹੈ ਤੇ ਇਹ $20-25 ਤੋਂ ਵੱਧ ਦਾ ਖਰਚਾ ਨਹੀਂ। ਜੇਕਰ ਅਸੀਂ 20 ਸਾਲ ਦੀ 5 ਲੱਖ ਦੀ ਲੈਣੀ ਹੈ ਤੇ ਇਹ $25-30 ਤੋਂ ਵੱਧ ਦਾ ਖਰਚਾ ਨਹੀਂ, ਅਗਰ ਸਾਡੀ ਹੈਲਥ ਠੀਕ ਹੈ। ਮੈਂ ਗੱਲ ਕਰ ਰਿਹਾ ਜਿਹੜੇ ਸਾਡੇ ਡਰਾਈਵਰ 25 ਤੋਂ ਲੈ ਕੇ 35 ਸਾਲ ਦੇ ਹਨ। ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੀ ਡੇਟ ਵਿੱਚ ਟਰੱਕਿੰਗ ਭਾਈਚਾਰੇ ਵਿੱਚ ਜਿਹੜੀ ਬਹੁਤਾਤ ਡਰਾਈਵਰ ਵੀਰਾਂ ਦੀ ਹੈ ਉਹ 22 ਤੋਂ ਲੈ ਕੇ 32-34 ਸਾਲ ਤੱਕ ਹੈ। ਸੋ ਇਸ ਉਮਰ ਦੇ ਵਿੱਚ ਲਾਈਫ ਇੰਸ਼ੋਰੈਂਸ ਜਿਹੜੀ ਟਰਮ ਪਾਲਿਸੀ ਹੈ ਉਹ ਬਹੁਤ ਹੀ ਜ਼ਿਆਦਾ ਸਸਤੀ ਮਾਰਕੀਟ ਵਿੱਚ ਅਵੇਲੇਬਲ ਹੈ। ਆਪਣੇ ਜਿੱਥੇ ਵੀ ਤੁਸੀਂ ਸ਼ਹਿਰ ਚ ਰਹਿੰਦੇ ਹੋ ਉੱਥੇ ਦੇ ਕਿਸੇ ਵੀ 1-2 ਏਜੰਟਸ ਦੇ ਨਾਲ ਗੱਲ ਕਰਕੇ ਤੁਸੀਂ ਇਸ ਲਾਈਫ ਇੰਸ਼ੋਰੈਂਸ ਟਰਮ ਪਾਲਿਸੀ ਬਾਰੇ ਪਤਾ ਕਰ ਸਕਦੇ ਹੋ ਔਰ ਇਹਨੂੰ ਬਾਏ ਕਰ ਸਕਦੇ ਹੋ। ਇਸ ਤੋਂ ਬਾਅਦ ਅਗਰ ਤੁਸੀਂ ਸਮਝਦੇ ਹੋ ਕਿ ਤੁਹਾਡਾ ਪਰਿਵਾਰ ਇੱਥੇ ਆ ਜਾਂਦਾ ਜਾਂ ਤੁਹਾਡੇ ਬੱਚੇ ਇੱਥੇ ਹਨ, ਤੁਹਾਡੇ ਬੱਚਿਆਂ ਦੀ ਪੜ੍ਹਾਈ ਹਜੇ ਰਹਿੰਦੀ ਹੈ, ਤਾਂ ਤੁਸੀਂ ਇਸ ਚੀਜ਼ ਨੂੰ ਥੋੜਾ ਹੋਰ ਵਧਾ ਸਕਦੇ ਹੋ। ਔਰ ਜਿਹੜੀ ਟਰਮ ਪਾਲਿਸੀ 30 ਸਾਲ ਦੀ ਟਰਮ ਪਾਲਿਸੀ ਅਗਰ $500,000 ਵਿੱਚ
ਕੋਈ 35-40 ਸਾਲ ਦੀ ਉਮਰ ਵਿੱਚ ਲੈਣੀ ਹੋਵੇ ਤਾਂ ਉਹਦਾ ਖਰਚਾ ਵੀ ਜਿਹੜਾ ਉਹ 60-70 ਰੁਪਏ, 60-70 ਡਾਲਰ ਪਰ ਮੰਥ ਤੋਂ ਜ਼ਿਆਦਾ ਨਹੀਂ ਹੁੰਦਾ। $100 ਤੋਂ ਥੱਲੇ 30 ਸਾਲ ਤੱਕ ਤੁਹਾਨੂੰ ਆਰਾਮ ਦੇ ਨਾਲ ਜਿਹੜੀ ਹੈ ਉਹ $500,000 ਤੱਕ ਦੀ ਇੰਸ਼ੋਰੈਂਸ ਮਿਲ ਸਕਦੀ ਹੈ। ਜੇਕਰ ਆਪਾਂ ਥੋੜਾ ਜਿਹਾ ਗੱਲ ਕਰੀਏ ਕਿ ਇੱਕ ਇਨਸਾਨ ਜਿਹਦੀ ਉਮਰ 30 ਸਾਲ ਹੈ ਜਾਂ 32 ਸਾਲ ਹੈ, ਉਹਦੇ ਬੱਚਿਆਂ ਨੇ ਉਹਦੇ 2-2 3-3 ਸਾਲ ਦੇ 5 ਸਾਲ ਦੇ ਬੱਚੇ ਹੈ, ਤੇ ਇਹਦਾ ਮਤਲਬ ਹੈ ਕਿ ਆਉਣ ਵਾਲੇ 20 ਸਾਲ ਤੱਕ ਉਹਨੂੰ ਪਾਲਿਸੀ ਦੀ ਜ਼ਰੂਰਤ ਹੈ, ਕਿਉਂਕਿ 20 ਸਾਲ ਤੱਕ ਬੱਚਿਆਂ ਨੇ 24-25 ਸਾਲ ਦੇ ਹੋ ਜਾਣਾ। ਔਰ 25 ਜੇਕਰ 30 ਸਾਲ ਦੀ ਵੀ ਆਪਾਂ ਗੱਲ ਕਰੀਏ ਤਾਂ ਤੁਹਾਡੀ ਉਮਰ 62 ਸਾਲ ਤੱਕ ਹੋ ਜਾਣੀ ਹੈ। 32 ਸਾਲ ਦੀ ਉਮਰ ਵਿੱਚ ਅਸੀਂ ਇੰਸ਼ੋਰੈਂਸ ਲੈਂਦੇ ਹਾਂ। ਅਗਰ 62 ਸਾਲ ਦੀ ਉਮਰ ਤੱਕ ਤੁਹਾਨੂੰ ਕਵਰੇਜ ਮਿਲ ਜਾਂਦੀ ਹੈ ਤਾਂ ਇਹਦਾ ਭਾਵ ਇਹ ਹੋਇਆ ਕਿ ਤਦ ਤੱਕ ਤੁਹਾਡੇ ਬੱਚੇ ਪੜ੍ਹ ਲਿਖ ਕੇ ਆਪਣੇ ਕੰਮਾਂ ਕਾਰਾਂ ਤੇ ਧੰਦਿਆਂ ਦੇ ਉੱਤੇ ਲੱਗ ਚੁੱਕੇ ਹੋਣਗੇ। ਕਿਉਂਕਿ ਜੇ ਅਗਰ 32 ਸਾਲ ਦੀ ਉਮਰ ਤੁਹਾਡੇ ਬੱਚੇ 2-2 3-3 ਸਾਲ ਦੇ, ਤਾਂ ਉਹਨਾਂ ਬੱਚਿਆਂ ਦੀ ਉਮਰ ਤਦ ਤੱਕ 30-32 ਸਾਲ ਤੱਕ ਹੋ ਜਾਣੀ। ਉਸ ਤੋਂ ਬਾਅਦ ਤੁਹਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਲਗਭਗ ਖਤਮ ਹੋ ਜਾਂਦੀਆਂ। ਤੁਹਾਡਾ ਘਰ ਵੀ ਮਹਾਰਾਜ ਦੀ ਕਿਰਪਾ ਨਾਲ ਪੇ ਆਫ ਹੋ ਜਾਂਦਾ। ਜੇਕਰ ਨਹੀਂ ਵੀ ਪੇ ਆਫ ਹੁੰਦਾ ਤੇ ਘੱਟੋ ਘੱਟ ਤੁਹਾਡੇ ਬੱਚੇ ਜਿਹੜੇ ਆ ਉਹ ਇਸ ਕਾਬਲ ਹੋ ਜਾਂਦੇ ਆ ਕਿ ਉਹ ਤੁਹਾਡਾ ਖਰਚਾ ਜਿਹੜਾ ਹੈ ਉਹ ਚੱਕ ਸਕਦੇ ਆ। ਜੋ ਤੁਹਾਡੀ ਮੌਤ ਦੀ ਸੂਰਤ ਵਿੱਚ ਬੱਚਿਆਂ ਨੂੰ ਤੁਹਾਡੇ ਵੱਲ ਕੋਈ ਖਾਸ ਤਰ੍ਹਾਂ ਦੀ ਝਾਕ ਨਹੀਂ ਹੁੰਦੀ। ਸੋ ਮੇਰੀ ਟਰੱਕਰ ਭਾਈਚਾਰੇ ਨਾਲ ਜਿੰਨੇ ਵੀ ਸੰਬੰਧਿਤ ਸੱਜਣ ਜਿਹੜੇ ਟਰੱਕਾਂ ਉੱਤੇ ਹਨ, ਜਿਹੜੇ ਖਾਸ ਕਰਕੇ ਇਕੱਲੇ ਕਮਾਉਣ ਵਾਲੇ ਹਨ, ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਜਦੋਂ ਇੱਕ ਡਰਾਈਵਰ ਵੀਰ ਦੀ ਡੈਥ ਹੁੰਦੀ ਹੈ ਤੇ ਜਦੋਂ ਵੀ ਅਸੀਂ ਉਹਦੇ ਘਰਦਿਆਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ, ਅਫਸੋਸ ਕਰਨ ਜਾਂਦੇ ਹਾਂ, ਜਦੋਂ ਵੀ ਪੁੱਛੀਦਾ ਕਿ ਲਾਈਫ ਇੰਸ਼ੋਰੈਂਸ ਸੀ ਤਾਂ ਉਹਨਾਂ ਦਾ ਜਵਾਬ ਹੁੰਦਾ ਕਿ ਨਹੀਂ ਜੀ, ਲਾਈਫ ਇੰਸ਼ੋਰੈਂਸ ਤਾਂ ਹੈ ਨਹੀਂ ਸੀ। ਤੇ ਉਸ ਤੋਂ ਬਾਅਦ ਫਿਰ ਫਿਊਨਰਲ ਦਾ ਖਰਚਾ, ਉਹਨਾਂ ਦੇ ਬੱਚਿਆਂ ਦਾ ਖਰਚਾ, ਅਕਸਰ ਕਮਿਊਨਿਟੀ ਨੂੰ $500 $200 ਇਕੱਠਾ ਕਰਨਾ ਪੈਂਦਾ। ਇੱਕ ਚੰਗੀ ਗੱਲ ਹੈ ਕਿ ਕਮਿਊਨਿਟੀ ਵਿੱਚ ਇਹ ਭਾਈਚਾਰਾ ਬਣਿਆ ਹੋਇਆ ਹੈ, ਪਰ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਕਿਉਂ ਪਵੇ? ਜਦੋਂ ਅਸੀਂ ਡਿਊਰਿੰਗ ਆਪਣੀ ਲਾਈਫ 6-7-8 ਹਜ਼ਾਰ ਜਾਂ $10,000 ਮਹੀਨਾ ਕਮਾ ਰਹੇ ਹਾਂ ਤਾਂ ਕਿਉਂ ਅਸੀਂ ਆਪਣੀ ਲਾਈਫ ਨੂੰ ਸਿਕਿਉਰ ਨਹੀਂ ਕਰ ਰਹੇ? ਅਸੀਂ ਆਪਣੀ ਪਰਿਵਾਰ ਨੂੰ ਸਿਕਿਉਰ ਕਿਉਂ ਨਹੀਂ ਕਰ ਰਹੇ? ਪਿਛਲੇ 2 ਸਾਲ ਦੇ ਵਿੱਚ ਜਿੰਨੇ ਵੀ ਬੱਚਿਆਂ ਦੀ ਡੈਥ ਹੋਈ ਹੈ ਔਨ ਦਾ ਟਰੱਕ, ਸਾਰਿਆਂ ਦੀਆਂ ਡੈਡ ਬੋਡੀਜ਼ ਇੰਡੀਆ ਭੇਜਣ ਵਾਸਤੇ, ਬੇਸ਼ੱਕ ਉਹ ਕੈਨੇਡਾ ਹੋਵੇ ਜਾਂ ਅਮਰੀਕਾ ਹੋਵੇ, ਸਾਨੂੰ ਗੋ ਫੰਡ ਦੀ ਜ਼ਰੂਰਤ ਪੈਂਦੀ ਹੈ। ਮੈਂ ਫਿਰ ਕਹਿੰਦਾ ਕਿ ਅਗਰ ਵਾਕਈ ਜ਼ਰੂਰਤ ਹੈ ਤਾਂ ਕਮਿਊਨਿਟੀ ਦੀ ਇਹ ਮੋਰਲ ਡਿਊਟੀ ਬਣਦੀ ਹੈ। ਅਸੀਂ ਅਕਸਰ, ਤੁਸੀਂ ਦੇਖਦੇ ਹਾਂ, ਅਸੀਂ ਅਕਸਰ ਜਿੰਨੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਅਸੀਂ ਬੜੀਆਂ ਵਾਖੂਬੀ ਨਿਭਾਉਂਦੇ ਹਾਂ ਹਰ ਤਰ੍ਹਾਂ ਦੇ ਨਾਲ, ਪਰ ਇਹ ਸਾਨੂੰ ਜ਼ਰੂਰਤਾਂ ਪੈਣ ਹੀ ਕਿਉਂ? ਸਾਡੀ ਛੋਟੀ ਜੀ ਗਲਤੀ ਕਿ ਸਿਰਫ ਅਸੀਂ $8-10 ਦੀ ਜਾਂ $15 ਜਾਂ $20 ਜਾਂ $25 ਮਹੀਨਾ, ਅੱਜ ਦੀ ਡੇਟ ਵਿੱਚ ਵੈਸੇ ਤਾਂ $20-25-30 ਸਾਲਾਨਾ ਜਿਹੜਾ ਮਹੀਨੇ ਦਾ ਹੈ ਉਹ ਕਦੀ ਵੀ ਕਿਸੇ ਵੀ ਅਮਰੀਕਨ ਵਾਸਤੇ ਵੱਡੀ ਗੱਲ ਨਹੀਂ। ਮੈਂ ਸਮਝਦਾ ਕਿ ਕੋਈ ਵੀ ਅਮਰੀਕਾ ਦੇ ਵਿੱਚ ਰਹਿੰਦਾ ਇੱਕ ਵੀ ਇਨਸਾਨ ਐਸਾ ਨਹੀਂ ਜਿਹੜਾ ਕੋਈ $30-40 ਜਾਂ $50 ਆਪਣੇ ਮਹੀਨੇ ਦੇ ਖਰਚ ਨਹੀਂ ਕਰ ਸਕਦਾ। ਆਪਣੇ ਬੱਚਿਆਂ ਦੀ, ਆਪਣੀ ਪਤਨੀ ਦੀ, ਆਪਣੇ ਪਰਿਵਾਰ ਦੀ ਸਿਕਿਉਰਿਟੀ ਵਾਸਤੇ, ਆਪਣੇ ਪਰਿਵਾਰ ਦੀ ਚੰਗੀ ਜ਼ਿੰਦਗੀ ਵਾਸਤੇ, ਆਪਣੇ ਤੋਂ ਬਾਅਦ ਆਪਣੇ ਪਰਿਵਾਰ ਦੀ ਚੰਗੀ ਜ਼ਿੰਦਗੀ ਵਾਸਤੇ ਜਿਹੜਾ ਆਦਮੀ, ਕੋਈ ਐਸਾ ਅਮਰੀਕਾ ਦੇ ਵਿੱਚ ਇਨਸਾਨ ਨਹੀਂ ਜਿਹੜੇ ਹੱਥ ਪੈਰ ਠੀਕ ਹਨ, ਜਿਹਦੇ ਹੱਥ ਚੱਲਦੇ ਹਨ, ਪੈਰ ਚੱਲਦੇ ਹਨ, ਉਹ ਐਸਾ ਕੋਈ ਵੀ ਇਨਸਾਨ ਨਹੀਂ ਕਿ ਉਹ $25-30 ਦੀ ਜਾਂ $40 ਦੀ ਇੰਸ਼ੋਰੈਂਸ ਨਹੀਂ ਬਾਏ ਕਰ ਸਕਦਾ। ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਅਵੇਅਰਨੈਸ ਸਾਡੇ ਵਿੱਚ ਹੋਣੀ ਚਾਹੀਦੀ ਹੈ। ਸਾਨੂੰ ਜ਼ਰੂਰੀ ਹੈ ਕਿ ਅਸੀਂ ਜਦੋਂ ਆਪ ਇੰਸ਼ੋਰੈਂਸ ਲੈਂਦੇ ਆ ਆਪਣੇ ਨਾਲ ਦੇ 10-20 ਸੱਜਣਾਂ ਨੂੰ ਕਨਵਿੰਸ ਕਰੀਏ, ਕਿਉਂਕਿ ਜਦੋਂ ਇੰਡੀਆ ਤੋਂ ਬੰਦਾ ਆਉਂਦਾ ਉਹ ਸੋਚ ਵੀ ਨਹੀਂ ਸਕਦਾ ਕਿ 2-3 ਜਾਂ $5 ਲੱਖ ਦੀ ਇੰਸ਼ੋਰੈਂਸ 10-15 ਸਾਲ ਦੀ ਅਗਰ ਲੈਣੀ ਹੋਵੇ ਤਾਂ ਇੰਨੀ ਚੀਪ ਰੇਟ ਵਿੱਚ ਮਿਲ ਸਕਦੀ ਹੈ। ਕਿਉਂਕਿ ਇੰਸ਼ੋਰੈਂਸ ਦੇ ਨਾਂ ਦੇ ਉੱਤੇ, ਲਾਈਫ ਇੰਸ਼ੋਰੈਂਸ ਦੇ ਨਾਂ ਦੇ ਉੱਤੇ, ਖਾਸ ਕਰ ਤੁਸੀਂ ਸਾਰੇ ਪੰਜਾਬ ਨੂੰ ਬਿਲੋਂਗ ਕਰਦੇ ਹੋ, ਜਦੋਂ ਅਸੀਂ ਪੰਜਾਬ ਤੋਂ ਆਏ ਤੇ ਉੱਥੇ ਇੰਸ਼ੋਰੈਂਸ ਏਜੰਟ ਜਿਹੜੇ ਆ ਇੱਕ ਬੜਾ ਹੀ ਔਖਾ ਪੇਸ਼ਾ ਸੀ। ਅਕਸਰ ਉਹਨਾਂ ਵੱਲ ਇਹ ਗੱਲ ਕਿਹਾ ਜਾਂਦਾ ਸੀ ਕਿ ਜਦੋਂ ਇੰਸ਼ੋਰੈਂਸ ਏਜੰਟ ਕੋਲ ਤੁਹਾਡੇ ਘਰ ਆ ਜਾਂਦਾ ਤੇ ਤੁਸੀਂ ਦਰਵਾਜ਼ਾ ਬੰਦ ਕਰ ਲਓ, ਜਾਂ ਹੋਰ ਬਹੁਤ ਸਾਰੀਆਂ ਗੱਲਾਂ, ਕਿਉਂਕਿ ਉੱਥੇ ਦਾ ਸਿਸਟਮ ਐਸਾ ਸੀ ਕਿ ਇੰਸ਼ੋਰੈਂਸ ਏਜੰਟ ਜਿਹੜੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਪਾਲਿਸੀਜ਼ ਲਿਖਣ ਵਾਸਤੇ। ਸੋ ਇੱਕ ਉਹ ਸਾਡੇ ਦਿਮਾਗ ਵਿੱਚ ਡਰ ਕਿਸੇ ਹੱਦ ਤੱਕ ਬੈਠਾ ਹੈ ਕਿ ਅਸੀਂ ਇੰਸ਼ੋਰੈਂਸ ਏਜੰਟ ਤੋਂ ਹਮੇਸ਼ਾ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਾਂ, ਜਦ ਕਿ ਅਮਰੀਕਾ ਦੇ ਵਿੱਚ ਇੰਸ਼ੋਰੈਂਸ ਏਜੰਟਸ ਦੇ ਕੋਲ ਬਹੁਤ ਹੀ ਕਮਾਲ ਦੀਆਂ ਔਰ ਬਹੁਤ ਹੀ ਚੰਗੀਆਂ ਪਲਾਨਸ ਹਰ ਤਰ੍ਹਾਂ ਦੇ ਕਵਰੇਜ ਵਾਸਤੇ $10 ਤੋਂ ਲੈ ਕੇ ਤੇ $1000 ਤੱਕ ਪਈਆਂ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਕਿਹੜੀ ਚੀਜ਼ ਚੂਜ਼ ਕਰਨੀ ਹੈ, ਅਸੀਂ ਕਿਹੜੀ ਚੀਜ਼ ਨੂੰ ਅਫੋਰਡ ਕਰ ਸਕਦੇ।
ਸੋ ਮੈਂ ਫਿਰ ਤੋਂ ਦੁਹਰਾਉਣਾ ਚਾਹੁੰਦਾ ਕਿ ਜਿੰਨੇ ਵੀ ਟਰੱਕਰ ਵੀਰ ਆਪ ਸੁਣ ਰਹੇ ਹਨ ਜਾਂ ਉਹਨਾਂ ਦੇ ਕੋਈ ਸੱਜਣ ਸੁਣ ਰਹੇ ਹਨ, ਜਦੋਂ ਵੀ ਜਿਸ ਇਨਸਾਨ ਬਾਰੇ ਤੁਹਾਨੂੰ ਪਤਾ ਕਿ ਇਹਦੇ ਕੋਈ ਇੰਸ਼ੋਰੈਂਸ ਪਾਲਿਸੀ ਨਹੀਂ, ਕਿਰਪਾ ਕਰਕੇ ਉਹਨੂੰ ਕਨਵਿੰਸ ਕਰੋ ਕਿ ਭਾਈ ਹੋਰ ਕੰਮ ਬਾਕੀ ਬਾਅਦ ਵਿੱਚ, ਆਪਣੀ ਪਾਲਿਸੀ ਜ਼ਰੂਰ ਲੈ। ਬੇਸ਼ੱਕ 10 ਸਾਲ ਦੀ ਕਵਰੇਜ ਵਾਸਤੇ ਲੈ, $10 ਵਿੱਚ ਲੈ, ਪਰ ਆਪਣੀ ਜਿਹੜੀ ਹੈ ਇੰਸ਼ੋਰੈਂਸ ਕਵਰੇਜ ਹੈ ਉਹ ਜ਼ਰੂਰ ਕਰਵਾਓ, ਤਾਂ ਕਿ ਜਦੋਂ ਵੀ ਕੋਈ ਕਿਸੇ ਵੀ ਕਿਸਮ ਦਾ ਹਾਦਸਾ ਵਾਪਰਦਾ ਤਾਂ ਸਾਨੂੰ ਜਿਹੜਾ ਹੈਗਾ, ਸਾਡੇ ਜਿਹੜੇ ਪਰਿਵਾਰ ਆ, ਸਾਡੀਆਂ ਜ਼ਿੰਮੇਵਾਰੀਆਂ ਹਨ, ਸਾਡੇ ਬੱਚੇ ਹਨ, ਉਹਨਾਂ ਨੂੰ ਕਮਿਊਨਿਟੀ ਦੇ ਅੱਗੇ ਜਾਂ ਹੋਰ ਕਿਸੇ ਤਰ੍ਹਾਂ ਦਾ ਆਪਣੀ ਪੜ੍ਹਾਈ ਵਿੱਚ ਨਾ ਛੱਡਣੀ ਪਵੇ, ਉਹਨਾਂ ਨੂੰ ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਸੋ ਘੱਟੋ ਘੱਟ ਉਹਨਾਂ ਦੀ ਪੜ੍ਹਾਈ, ਉਹਨਾਂ ਦੇ ਕੰਮ ਧੰਦੇ ਤੱਕ ਲੱਗ ਜਾਣ ਤੱਕ ਜੋਗਾ ਪੈਸਾ ਜਿਹੜਾ ਆ ਉਹ ਤੁਹਾਡੀ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ। ਸੋ ਮੈਂ ਅਖੀਰ ਦੇ ਉੱਤੇ, ਕਿਉਂਕਿ ਸਾਡੇ ਆਲਮੋਸਟ 30 ਮਿੰਟ ਹੋ ਚੁੱਕੇ ਹਨ, ਸੋ ਮੈਂ ਫਿਰ ਜੇਕਰ ਕਿਸੇ ਸੱਜਣ ਨੂੰ ਕਿਸੇ ਵੀ ਕਿਸਮ ਦੀ ਇਸ ਤੋਂ ਇਲਾਵਾ ਕੋਈ ਗੱਲ ਕਰਨੀ ਹੋ, ਬੇਸ਼ੱਕ ਮੈਂ ਲਾਈਫ ਇੰਸ਼ੋਰੈਂਸ ਪ੍ਰੋਫੈਸ਼ਨਲ ਨਹੀਂ ਹਾਂ, ਪਰ ਮੈਂ ਇਹ ਸਮਝਦਾ ਕਿ ਜਿੰਨੀ ਕੁ ਸਾਨੂੰ ਮਹਾਰਾਜ ਨੇ ਤੌਫੀਕ ਬਖਸ਼ੀ ਹੈ, ਜਿੰਨੀ ਕੁ ਸਾਨੂੰ ਮਹਾਰਾਜ ਨੇ ਅਕਲ ਬਖਸ਼ੀ ਹੈ, ਕਿਸੇ ਵੀ ਸੱਜਣ ਨੂੰ ਲਾਈਫ ਇੰਸ਼ੋਰੈਂਸ ਬਾਰੇ ਕੋਈ ਸਵਾਲ ਹੈ ਤਾਂ ਜਿੰਨੇ ਜੋਗੇ ਅਸੀਂ ਹਾਂ, ਅਸੀਂ ਉਹਦੀ ਮਦਦ ਕਰਨ ਨੂੰ ਤਿਆਰ ਹਾਂ। ਉਸ ਤੋਂ ਬਾਅਦ ਉਹਨਾਂ ਨੂੰ ਰੈਫਰੈਂਸ ਦੇ ਸਕਦੇ ਆ, ਕੋਸ਼ਿਸ਼ ਕਰੀਦਾ ਕਿ 2 4 5 ਏਜੰਟਸ ਦੀ ਰੈਫਰੈਂਸ ਦੀ ਜਾਵੇ, ਤਾਂ ਕਿ ਉਹ ਸਾਰਿਆਂ ਨੂੰ ਮਿਲ ਕੇ, ਕਿਸੇ ਇੱਕ ਪਾਰਟਿਕੂਲਰ ਏਜੰਟ ਨੂੰ ਮੈਂ ਰੈਫਰ ਕਦੀ ਵੀ ਨਹੀਂ ਕਰਦਾ, 2 4 5 ਬੰਦਿਆਂ ਦਾ ਹਮੇਸ਼ਾ ਰੈਫਰੈਂਸ ਦੇਈਦਾ, ਤਾਂ ਕਿ ਉਹ ਹਰ ਇੱਕ ਨੂੰ ਮਿਲ ਕੇ ਆਪਣੇ ਵਾਸਤੇ ਕੋਈ ਚੰਗਾ ਪ੍ਰੋਡਕਟ ਜਿਹੜਾ ਆ ਉਹਦੀ ਹੈਸੀਅਤ ਦੇ ਅਨੁਸਾਰ, ਉਹਦੀ ਇਨਕਮ ਦੇ ਅਨੁਸਾਰ, ਉਹਦੀ ਲਾਇਬਿਲਿਟੀ ਦੇ ਅਨੁਸਾਰ, ਉਹਦੇ ਬੱਚਿਆਂ ਦੀ ਕਿੰਨੀ ਉਮਰ ਹੈ, ਉਹਦੀ ਵਾਈਫ ਕੀ ਕਰਦੀ ਹੈ, ਕੰਮ ਕਰਦੀ ਹੈ ਨਹੀਂ ਕਰਦੀ, ਅਗਰ ਰੱਬ ਨਾ ਕਰੇ ਤੁਹਾਡੀ ਮੌਤ ਹੋ ਜਾਂਦੀ ਹੈ ਜਾਂ ਤੁਸੀਂ ਡਿਸੇਬਲ ਹੋ ਜਾਂਦੇ ਹੋ, ਤੇ ਤੁਹਾਡੀ ਕੀ ਪਤਨੀ ਕੰਮ ਕਰਨ ਯੋਗ ਹੈ ਜਾਂ ਹੈ ਹੀ ਨਹੀਂ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਤੁਹਾਡੀ ਡੈਥ ਤੋਂ ਬਾਅਦ ਵਾਈਫ ਤੁਹਾਡੀ ਕੰਮ ਕਰਨ ਯੋਗ, ਇੰਨੀ ਪੜ੍ਹੀ ਲਿਖੀ ਹੁੰਦੀ ਹੈ ਕਿ ਉਹ ਕੰਮ ਕਰ ਸਕਦੀ ਹੈ, ਪਰ ਕਈ ਵਾਰੀ ਐਸੀ ਵੀ ਸਮਾਂ ਬਣਦਾ ਹੈ ਕਿ ਬੰਦੇ ਦੀ ਮੌਤ ਤੋਂ ਬਾਅਦ ਵਾਈਫ ਪੜ੍ਹੀ ਲਿਖੀ ਨਹੀਂ ਹੁੰਦੀ, ਜਾਂ ਉਹਦੇ ਹਾਲਾਤ ਐਸੇ ਨਹੀਂ ਹੁੰਦੇ, ਬੱਚੇ ਇੰਨੇ ਛੋਟੇ ਹੁੰਦੇ ਆ ਕਿ ਉਹਦੇ ਵਾਸਤੇ ਕੰਮ ਕਰਨਾ ਨਾਮੁਮਕਿਨ ਹੋ ਜਾਂਦਾ, ਤੇ ਉਸ ਕੇਸ ਦੇ ਵਿੱਚ ਜਿਹੜੀ ਲਾਈਫ ਹੈ, ਜਿਹੜੀ ਤੁਹਾਡਾ ਲਾਈਫ ਸਟਾਈਲ ਆ, ਉਹ ਬੜਾ ਮਿਜ਼ਰੇਬਲ ਹੋ ਜਾਂਦਾ ਹੈ। ਸੋ ਆਪਾਂ ਜਦੋਂ ਵੀ ਟਰੱਕ ਤੇ ਚੜ੍ਹਦੇ ਆ ਤਾਂ ਮੈਂ ਸਮਝਦਾ ਕਿ ਤੁਹਾਨੂੰ ਸਟੀਅਰਿੰਗ ਫੜਨ ਤੋਂ ਪਹਿਲਾਂ ਇਹ ਗੱਲ ਤੁਹਾਡੇ ਦਿਮਾਗ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਮੈਂ ਜਿਨ੍ਹਾਂ ਨੂੰ ਪਿੱਛੇ ਘਰ ਛੱਡ ਕੇ ਜਾ ਰਿਹਾ, ਕਿ ਉਹ ਮੇਰੇ ਰੱਬ ਨਾ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰਨ, ਹਰ ਬੰਦਾ ਜਿਹੜਾ ਘਰੋਂ ਤੁਰਦਾ ਉਹ ਆਪਣੇ ਘਰ ਵਾਪਸ ਆਪਣੇ ਬੱਚਿਆਂ ਵਿੱਚ, ਆਪਣੇ ਪਰਿਵਾਰ ਵਿੱਚ ਬੈਠੇ, ਪਰ ਜ਼ਿੰਦਗੀ ਦੀ ਅਸਲੀਅਤ ਤੋਂ ਅਸੀਂ ਕਦੀ ਵੀ ਮੂੰਹ ਨਹੀਂ ਮੋੜ ਸਕਦੇ। ਅੱਖਾਂ ਮੀਟਣੀਆਂ ਜਿਹੜੀਆਂ ਉਹ ਕਬੂਤਰ ਵਾਲੀ ਨੇਚਰ ਹੁੰਦੀ ਹੈ, ਸਾਨੂੰ ਅਸਲੀਅਤ ਨੂੰ ਫੇਸ ਕਰਨਾ ਸਾਡੇ ਲਈ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਰਿਸਕੀ ਵਾਲੀ ਜੌਬ ਦੇ ਵਿੱਚ, ਇਸ ਤਰ੍ਹਾਂ ਦੀ ਖਤਰੇ ਭਰੀ ਜੌਬ ਦੇ ਵਿੱਚ ਕਦੇ ਵੀ ਕੁਝ ਵੀ ਕਿਤੇ ਵੀ ਵਾਪਰ ਸਕਦਾ ਹੈ। ਸੋ ਕੀ ਮੇਰੇ ਤੋਂ ਬਾਅਦ ਜਾਂ ਆਮ ਜ਼ਿੰਦਗੀ ਵਿੱਚ ਵੀ ਸੋਚਣਾ ਬਣਦਾ ਕਿ ਮੇਰੇ ਤੋਂ ਬਾਅਦ ਕੀ ਮੇਰਾ ਪਰਿਵਾਰ ਮਾਇਕ ਤੌਰ ਤੇ ਫਾਈਨੈਂਸ਼ੀਅਲੀ ਸੁਰੱਖਿਅਤ ਹੈ ਜਾਂ ਨਹੀਂ ਹੈ। ਜੇਕਰ ਨਹੀਂ ਹੈ ਤਾਂ ਸਾਡੀ ਇਹ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਉਹਨੂੰ ਜਿੰਨੀ ਜਲਦੀ ਹੋ ਸਕਦਾ ਸੁਰੱਖਿਅਤ ਕਰਵਾਈਏ, ਅਸੀਂ ਪਾਲਿਸੀ ਬਾਏ ਕਰੀਏ। ਇੰਸ਼ੋਰੈਂਸ ਪਾਲਿਸੀ ਬਸ ਤਾਂ ਹਰ ਆਦਮੀ ਵਾਸਤੇ ਜ਼ਰੂਰਤ ਹੈ ਲਾਈਫ ਇੰਸ਼ੋਰੈਂਸ, ਪਰ ਡਰਾਈਵਰ ਵੀਰਾਂ ਵਾਸਤੇ ਮੈਂ ਸਮਝਦਾ ਕਿ ਇਸ ਤੋਂ ਜ਼ਿਆਦਾ ਜ਼ਰੂਰੀ ਚੀਜ਼ ਸ਼ਾਇਦ ਵੀ ਹੋਰ ਕੋਈ ਨਹੀਂ। ਸੋ ਇਹਨਾਂ ਬੇਨਤੀਆਂ ਦੇ ਨਾਲ, ਇਹਨਾਂ ਸੁਜੈਸ਼ਨਸ ਦੇ ਨਾਲ, ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਂ ਤੁਹਾਡੇ ਤੋਂ ਖਿਮਾ ਦਾ ਜਾਚਕ ਹਾਂ। ਅਗਲੀ ਵਾਰ ਅਗਲੇ ਤੋਂ ਅਗਲੇ ਸੰਡੇ ਸ਼ਾਮੀ 7 ਵਜੇ ਫਿਰ ਇਸੇ ਤਰ੍ਹਾਂ ਹੀ ਟਰਕਿੰਗ ਭਾਈਚਾਰੇ ਦੇ ਨਾਲ ਸੰਬੰਧਿਤ ਕੋਈ ਹੋਰ ਇੱਕ ਸ਼ੋਅ, ਕੋਈ ਹੋਰ ਇੱਕ ਟੌਪਿਕ ਲੈ ਕੇ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸ਼ਬਾ ਖੈਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।